ਅੱਜ ਡਿਪਟੀ ਸਾਹਿਬ ਜਿਹੜੇ ਕੁੜੀਆਂ ਤੁਹਾਡੇ ਕੋਲੇ ਤੁਹਾਨੂੰ ਸਾਰਾ ਇਸ ਕੇਸ ਬਾਰੇ ਆਪਣੇ ਕੋਲੇ ਥਾਣੇ ਕਰਕੇ ਪਤਾ ਨਾ ਤੁਹਾਨੂੰ ਇਸ ਕੇਸ ਦਾ ਇਸ ਕੇਸ 'ਚ ਆ ਗੁੜੀਆ ਖੜੀ ਅੰਜਲੀ ਨਾਂ ਦੀ ਯਾਰ ਮਾਈ ਜਿਹੜੀ ਅੰਜਲੀ ਨਾਂ ਦੀ ਗੁੜੀਆ ਇਹ ਯੂਪੀ ਤੋਂ ਖੁਦ ਛੁੱਟ ਕੇ ਆਈ ਹੈ 1.5 ਲੱਖ ਰੁਪਇਆ ਦੇ ਕੇ ਇਹਦੇ ਫਾਦਰ ਨੇ 1.5 ਲੱਖ ਆਨਲਾਈਨ ਅਕਾਊਂਟ 'ਚ ਪਾਇਆ ਜਿਹੜੀ ਖੁਦ ਕੁੜੀ ਵਿਕ ਗਈ ਜਾਂ ਵੇਚੀ ਗਈ ਉਹ ਇਹਨੂੰ ਕਿਵੇਂ ਵੇਚ ਸਕਦੀ ਹੈ ਇਹ ਤੋਂ ਪਹਿਲਾਂ ਚਲੇ ਗਈ ਤਾਂ ਇਸ ਗੁੜੀਆ ਤੋਂ ਜਿਹੜੀ ਸਟੇਟਮੈਂਟ ਦਵਾਈ ਹੈ ਇਹ ਵਰਸਾ ਨਾਂ ਦੀ ਕੁੜੀ ਹੈ ਜਿਹਨੂੰ ਰਾਜਸਥਾਨ ਤੋਂ ਪੁਲਿਸ ਲਈ ਹੈ ਇਹਦੀ ਬਾਹਰ ਕਟਾਈ ਇੱਕ ਰਮੇਸ਼ ਕੌਰ ਨਾਂ ਦੀ ਲੇਡੀ ਹੈ ਮਹਿਲਾ ਕਾਂਸਟੇਬਲ ਸਰਿੰਦਰ ਸਿੰਘ ਜਿਹੜਾ ਉਹਨੇ ਕਹਿ ਕੇ ਲੇਡੀ ਕਾਂਸਟੇਬਲ ਤੋਂ ਚੱਪਲਾਂ ਮਰਾਈਆਂ ਜਿਹੜੀ ਕੋਰਟ 'ਚ ਝੂਠੀ ਸਟੇਟਮੈਂਟ ਦੇਈ ਦੀ ਉਹ ਅੱਜ ਇਹਨੇ ਕੱਲ ਦੁਬਾਰਾ ਫਿਰ ਸਟੇਟਮੈਂਟ ਦੇਈ ਤਾਂ ਇਹਦੀ ਜ਼ਮਾਨਤ ਕਰਾਈ ਇਸ ਦੀ ਜ਼ਮਾਨਤ ਤੇ ਸਾਨੂੰ ਦੋਨਾਂ ਇਹ ਕੁੜੀ ਦੀ ਜ਼ਮਾਨਤ ਵਾਸਤੇ 10-15 ਹਜ਼ਾਰ ਰੁਪਇਆ ਗਰੀਬ ਲੋਕਾਂ ਨੂੰ ਖਰਚਣਾ ਪਿਆ ਜਿਹੜੀਆਂ ਕੋਠੀਆਂ ਦੇ ਪੋਚੇ ਲਾ ਕੇ ਸਫਾਈ ਕਰਕੇ ਇਹਨਾਂ ਨੇ ਵਿਆਜ ਤੇ 15 ਹਜ਼ਾਰ ਰੁਪਇਆ ਲਿਆ ਤਾਂ ਜ਼ਮਾਨਤ ਕਰਾਣੀ ਪਈ ਤੇ ਇਸੇ ਤਰ੍ਹਾਂ ਇਹ ਦੋ ਕੁੜੀਆਂ ਦਾ ਤੁਸੀਂ ਸਮਝ ਗਏ ਸਾਰੀ ਕਹਾਣੀ ਹੈ ਤੇ ਐਸਐਚਓ ਸਤਨਾਮ ਨੇ ਪਹਿਲਾਂ ਤਾਂ ਇਹਨਾਂ ਦੀ ਮਦਰ ਨੂੰ ਹਰੀ ਨੂੰ ਕਟਾਇਆ ਉਸ ਤੋਂ ਬਾਅਦ ਆ ਰਮੇਸ਼ ਕੌਰ ਨੇ ਇਹਨੂੰ ਚੱਪਲਾਂ ਨਾਲ ਕੁੱਟਿਆ ਜਿਹੜੀ ਕੋਰਟ 'ਚ ਜੱਜ ਨੇ ਜਾ ਕੇ ਪੂਰੀ ਜਿਹੜਾ ਉਧਰ ਝਾੜ ਝੰਬੀ ਵੀ ਕੀਤੀ ਤੇ ਪੂਰਾ ਜਿਹੜਾ ਉਹ ਵੀ ਕਰੀ ਹੈ ਤੇ ਆਹ ਗੁੜੀਆ ਇੱਕ ਝਾਂਪਰ ਤੋਂ ਆਈ ਵੀ ਹੈ ਇਹ ਕਿੰਨੇ ਮਹੀਨੇ ਤੋਂ ਗੇੜੇ ਮਾਰ ਰਹੀ ਹੈ ਕੋਈ ਰੇਪ ਕੇਸ ਦਾ ਕੰਮ ਹੈ ਇਹਨੇ ਕੰਪਲੇਂਟ ਦਿੱਤੀ ਹੈ ਸਾਰਾ ਕੁਝ ਹੈ ਤੇ ਇਹ ਗੁੜੀਆ ਗਈ ਦੂਜੀ ਆ ਮਦਰ ਹੈਗੀ ਇਹਨਾਂ ਦਾ ਬੇਟਾ ਬਲੌਂਗੀ ਥਾਣੇ 'ਚ ਜਿਹੜਾ ਵੱਢਿਆ ਗਿਆ 800 ਰੁਪਏ ਪਿੱਛੇ ਵੱਢਿਆ ਗਿਆ ਸੀ 3 ਮਹੀਨੇ ਪਹਿਲਾਂ ਜਿਹੜਾ ਮੇਨ ਦੋਸ਼ੀ ਹੈ ਉਹ ਹਲੇ ਬਾਹਰ ਘੁੰਮ ਰਿਹਾ ਮੇਨ ਦੋਸ਼ੀ ਨੂੰ ਫੜਦੀ ਰਹੀ ਪੁਲਿਸ ਬਲੌਂਗੀ ਦੀ ਤੇ ਆ ਸਾਡੇ ਕੋਲ ਜਿਹੜਾ ਸਵਾਣੇ ਦਾ ਤੁਹਾਡੇ ਕੋਲ ਇੱਕ ਕੇਸ ਉਹ ਬੀਬੀ ਪ੍ਰਕਾਸ਼ਵਤੀ ਵਾਲਾ ਚੱਲ ਰਿਹਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸਾਰਾ ਕੁਝ ਚੱਲ ਰਿਹਾ ਉਹਨੂੰ ਵੀ ਕਿਸੇ ਤਰ੍ਹਾਂ ਕਿਸੇ ਕੰਡੇ ਬੱਟੇ ਲਾਓ ਕਿਹੜਾ ਐਸਪੀ ਹੈ ਜਿਹੜਾ ਡੀਐਸਪੀ ਕਹਿੰਦਾ ਸੀ ਮੇਰੇ ਕੋਲ ਮੰਤਰੀ ਦਾ ਫੋਨ ਆਇਆ ਮੈਂ ਸਾਈਨ ਨਹੀਂ ਕਰ ਸਕਦਾ ਗੁਰਪ੍ਰੀਤ ਬੈਂਸ ਕੋਈ ਡੀਐਸਪੀ ਹੈ ਤੇ ਉਹ ਕਹਿੰਦਾ ਜੀ ਮੇਰੇ ਕੋਲ ਮੰਤਰੀ ਦਾ ਕਿਸੇ ਦਾ ਫੋਨ ਆਇਆ ਮੈਂ ਤੁਹਾਡੀ ਇਨਵੈਸਟੀਗੇਸ਼ਨ ਤੇ ਸਹੀ ਬਣੀ ਵੀ ਰਿਪੋਰਟ ਤੇ ਫੈਲ ਨਹੀਂ ਕਰ ਸਕਦਾ ਉਹਨੂੰ ਗੁਰਪ੍ਰੀਤ ਬੈਂਸ ਨੂੰ ਪੁੱਛ ਲਿਓ ਤੁਸੀਂ ਵੀ ਕਿਹੜੇ ਸਾਈਨ ਜਿਹੜੇ ਕਿਹੜੇ ਮੰਤਰੀ ਦੇ ਆ ਇਹ ਸਾਡੇ ਕੋਲ 5 ਕੇਸ ਨੇ 5-6 ਕੇਸ ਆ ਤੁਹਾਡੇ ਕੋਲੇ ਇੱਕ ਰਾਜਪਾਲ ਮਹਾਰਾਜ ਗਵਰਨਰ ਸਾਹਿਬ ਨੂੰ ਤੇ ਇੱਕ ਡੀਜੀਪੀ ਸਾਹਿਬ ਨੇ ਇੱਕ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਜਿਹੜੇ ਮੰਗ ਪੱਤਰ ਅਸੀਂ ਤੁਹਾਡੇ ਕੋਲ ਦੇ ਰਹੇ ਤੁਹਾਨੂੰ ਭੇਜ ਰਹੇ ਤੇ ਇਹ ਸਾਡਾ ਹੁਣ ਤੁਸੀਂ ਦੱਸਣਾ ਇਹ ਹਫ਼ਤੇ 'ਚ 10 ਦਿਨ 'ਚ ਇਹ ਗੁੜੀਆਂ ਨੂੰ ਹੁਣ 10 ਦਿਨ 15 ਦਿਨ ਬਾਹਰ ਰੱਖਣਾ ਪਿਆ ਜ਼ਮਾਨਤ ਕਿਵੇਂ ਕਰਾਣੀ ਪਈ ਕਿਵੇਂ ਖੱਜਲ ਖੁਆਰ ਹੋਇਆ ਮੈਨੂੰ ਪਤਾ ਮੈਂ ਕਿਵੇਂ ਖੱਜਲ ਖੁਆਰ ਹੋਇਆ ਪਰ ਕਾਇਦਾ ਕਾਨੂੰਨ ਨਾਲ ਜੇ ਚੱਲਦੇ ਅਸੀਂ ਤੁਹਾਡੇ ਨਾਲ ਸਿੱਧਾ ਤਾਂ ਕਹਿ ਨਹੀਂ ਸਕਦੇ ਵੀ ਆਹ ਗਲਤ ਹੋਇਆ ਜੀ ਉੱਥੇ ਕੋਰਟ 'ਚ ਕੁੜੀਆਂ ਨੇ ਬਿਆਨ ਦੇ ਵੀ ਮੈਨੂੰ ਫਲਾਣੀ ਮੈਂ ਕਾਂਸਟੇਬਲ ਨੇ ਕੁੱਟਿਆ ਇਹਨੇ ਕਟਾਇਆ ਤੇ 50,000 ਦੀ ਮੈਨੂੰ ਆਫਰ ਦਿੱਤੀ ਸੀ ਅਲਫਾ ਵੀ ਤੂੰ ਉਹਦਾ ਨਾਂ ਲੈ ਤੈਨੂੰ ਰੁਪਿਆ 50,000 ਦਵਾਂਗੇ ਤੇ ਮੈਂ ਬੇਨਤੀ ਕਰਦਾ ਹੁਣ ਡਿਪਟੀ ਸਾਹਿਬ ਨੂੰ ਇਹ ਤੁਹਾਨੂੰ ਆਪ ਗੱਲ ਲੈ ਕੇ ਇਸ ਬਾਰੇ ਤੁਸੀਂ ਜਿਹੜਾ ਕੁਐਸਚਨ ਕਰਨਾ ਇਹਨਾਂ ਨੂੰ ਆਪ ਕਰ ਲਿਓ ਜਿੰਨੀਆਂ ਵੀ ਤੁਸੀਂ ਆ ਮੰਗ ਪੱਤਰ ਦਿੱਤੇ ਹੈ ਇਹ ਮੈਂ ਥਰੂ ਐਸਐਸਪੀ ਸਾਹਿਬ ਸਾਰੇ ਜਿਹੜੇ ਤੇ ਸਾਡੇ ਨਾਲ ਸੰਬੰਧਿਤ ਹੈ ਜਿਵੇਂ ਸੁਹਾਣਾ ਤੇ ਜਿਹੜੇ 8 ਫੇਜ਼ ਨਾਲ ਉਹਦੇ ਬਾਰੇ ਅਸੀਂ ਅੱਡ ਤੌਰ ਤੇ ਉਹ ਕਰ ਲਾਂਗੇ ਉਹ ਮੈਂ ਹੀ ਕਰ ਲਾਂਗੇ ਜਿਹੜੀਆਂ ਜਿਵੇਂ ਬਲੌਂਗੀ ਥਾਣੇ ਦੇ ਹੈ ਉਹ ਮੈਂ ਡੀਐਸਪੀ ਸਾਹਿਬ ਨੂੰ ਭੇਜ ਦੂੰਗਾ ਐਸਐਸਪੀ ਸਾਹਿਬ ਦੇ ਥਰੂ ਤੇ ਸਾਰਾ ਜੋ ਵੀ ਹੋਊਗਾ ਬਿਲਕੁਲ ਇਨਸਾਫ ਮਿਲੂਗਾ ਝਾਮਪੁਰ ਵਾਲਾ ਤੇ ਬੜਮਾਜਰੇ ਵਾਲਾ ਤੇ ਬਲੌਂਗੀ ਵਾਲਾ ਉਹ ਦੋਵੇਂ ਡੀਐਸਪੀ ਖਰੜ ਸਾਹਿਬ ਨੂੰ ਦੇ ਦੇ ਉਹ ਪ੍ਰੋਪਰ ਤਫਤੀਸ਼ ਹੋ ਕੇ ਜੋ ਵੀ ਉਹਦੇ ਚ ਹੋਊਗਾ ਕੋਈ ਇਹੋ ਜਿਹੀ ਕੋਈ ਗਲਤ ਗੱਲ ਨਹੀਂ ਹੋ ਸਾਡੀ ਜਿਹੜੀ ਇੱਕ ਤਾਂ ਇਹ ਮੰਗ ਹੈ ਆ ਕੁੜੀਆਂ ਵਾਲੀ ਇਨਵੈਸਟੀਗੇਸ਼ਨ ਇਹ ਤਾਂ ਆਪਣੇ ਖੁਦ ਹੱਥ ਚ ਲਿਓ ਜਾਂ ਕਿਸੇ 1/3 ਬੰਦੇ ਨੂੰ ਜਿਵੇਂ ਤੁਹਾਡੇ ਵਿਸ਼ਵਾਸ ਹੋਏ ਇਹਦੀ ਹੁਣ ਜ਼ਮਾਨਤ ਕਰੀਵੇ ਤੇ 10 ਦਿਨ ਦਾ ਸਮਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਦਾ ਤੇ ਕੋਈ ਖੱਜਲ ਖੁਆਰੀ ਉਥੋਂ ਪਹਿਲਾਂ ਉਹ ਚੱਕ ਲਓ ਇਨਕੁਆਰੀ ਚੱਕ ਮੈਂ ਆਪਣੇ ਕੋਲ ਇਨਕੁਆਰੀ ਕਰਕੇ ਮੈਂ ਜਦੋਂ ਕਹੋਗੇ ਤੁਸੀਂ ਗੁੱਡੀਆਂ ਨੂੰ ਇਹਨੂੰ ਨਾਲ ਲੈ ਜਾ ਕੇ ਤੁਹਾਡੇ ਕੋਲ ਸਾਈਨ ਕਰਾ ਦਾਂਗੇ ਠੀਕ ਹੈ ਉਹਨਾਂ ਤੋਂ ਆਪਣੀ ਜਿਹੜੀ ਹੈ ਇਨਵੈਸਟੀਗੇਸ਼ਨ ਬਣਾ ਲਓ ਤਾਂ ਕਿ ਫਿਰ ਦੁਬਾਰੇ ਵੀ ਖੱਜਲ ਖੁਆਰ ਕਰਨ ਮੈਂ ਆਪਣੇ ਉਹਦੇ ਚ ਠੀਕ ਹੈ ਇਹ ਨਾ ਹੋਏ ਇੱਕ ਹੌਲਦਾਰ ਦੀ ਗਲਤੀ ਤੇ ਐਸਆਈ ਦੀ ਗਲਤੀ ਤੇ ਯਾਰ ਐਸਪੀ ਤੱਕ ਐਸਐਸਪੀ ਤੱਕ ਸ਼ਰਮਿੰਦੀ ਹੁੰਦੀ ਅਸੀਂ ਪਿੱਟਦੇ ਆ ਇੱਧਰ ਸਾਰਾ ਕੁਝ ਕਰਦੇ ਆ ਤੁਸੀਂ ਇੱਕ ਬੰਦੇ ਦੀ ਜਿਹੜੀ ਦੀ ਗਲਤੀ ਹੈ ਉਹਦੇ ਖਿਲਾਫ ਕਾਰਵਾਈ ਵੀ ਬਣਦੀ ਹੈ ਵੀ ਤੂੰ ਕਰ ਕੀ ਰਿਹਾ ਕਾਹਤੋਂ ਕਰਿਆ ਤੇ ਕਿਹੜੇ ਦਬਾਅ ਪ੍ਰੈਸ਼ਰ ਨਾਲ ਕਰਿਆ ਤੇ ਆਹ ਸਾਰੀਆਂ ਮੰਗਾਂ ਸਾਡੀਆਂ ਤੁਹਾਡਾ ਇੱਥੇ ਆਣ ਤੇ ਤਹਿ ਦਿਲੋਂ ਧੰਨਵਾਦ ਤੇ ਤੁਸੀਂ ਜਿਹੜਾ ਮੰਗ ਪੱਤਰ ਸਾਡਾ ਨਾ ਸਾਨੂੰ एसएसबी दफ्तर जाना पिया। मंजली है, मैं मतलब सीपी मॉल में जॉब करती थी, मुझे मनदीप नाम की एक लड़की मिली थी। वैसे ही मैं जॉब से मेरा 6 बजे ऑफ होता है तो मैं वापस आ रही थी तो वो मुझे मिली थी तो उसने मतलब मेरे से पूछा कि आप क्या काम करते हो कहाँ मतलब तो मैंने उसको बताया मैं सीपी मॉल में काम करती हूँ, मेरा इतनी मेरी सैलरी है। तो उसने बोला कि इतनी सैलरी से तुम्हारा कुछ बनता नहीं है, एक काम करो मैं तुम्हें मूवियों में काम दिलवा दूंगी, उसमें 50,000 रुपए तुम्हारी सैलरी होगी। तो मैंने उससे बोला कि ऐसा क्या काम है जिसमें मतलब 50,000 रुपए सैलरी मिलती है। तो उसने मतलब मेरे को बताया, कहती कि मतलब शूट लाइन में काम है वहाँ पे, जैसे अभी स्टार्टिंग में तो मतलब ऐसे बैकग्राउंड में लेंगे, धीरे धीरे तुम्हें मेन लीड पे काम मिल जाएगा।
तो इस करके मतलब मेरे को उसने अपना नंबर दिया और मतलब मेरे को कहती अगर तुम इस काम के लिए इंटरेस्टेड हो गए तो मेरे को फोन कर लेना और अपनी 2 फोटो शेयर कर देना मेरे को। तो उसके बाद में मतलब मैं अपने घर पे आई, मैंने अपने मम्मी पापा से बात करी कि मतलब एक लड़की मिली थी, वो मुझे पता नहीं था लेकिन वो मेरे रूम के पास में ही रहती थी। तो मैंने बोला कि मनदीप नाम की लड़की थी, वो कह रही थी कि मैं इधर ही तुम्हारे रूम के पास में ही रहती हूँ, उसने मेरे को शायद देखा है, तो कह रही थी शूट लाइन में तुम्हें काम दिलवा दूंगी मैं और इतने इतने पैसे हैं। तो पापा ने मेरे बोला कि अगर तुम्हें ठीक लग रहा है तो कोई बात नहीं, कर लो। तो उसके बाद मतलब जो मनदीप ने नंबर दिया था मैंने उस पर अपनी 2-3 फोटो भेजी और मतलब उसने मेरा शूट डन करवा दिया। पहली मूवी में करवाया था यार जिगरी कसूती डिग्री मूवी में। फिर 5 बजे मतलब उसका मेरे को फोन आया, उसने मतलब मेरे को गाड़ी लेने आई थी तो मैं गई शूट पे। सीयू कॉलेज हमें ले जाया गया था, वहां पे मतलब हमें सारा कुछ ठीक लगा, मतलब ज्यादा काम भी नहीं था, जब टेक टुक लगते थे तो बैकग्राउंड में लिया था हमें, तो मतलब उसके बाद में खाना पीना वगैरह भी मिलता था। तो 1-2 दिन मैं गई शूट लाइन में, मेरे को काम अच्छा लगा, इस करके मैं रोज जाने लगी। कम से कम 1-1.5 महीने मैंने शूट लाइन में काम किया। उसके बाद ऐसे ही एक दिन मतलब मनदीप आई मेरे रूम पे, कहती कि फिरोजपुर शूट है, जाना है? तो मैंने कहा हाँ कोई बात नहीं, चल लेंगे जब शूट लाइन में ही काम कर रहे हैं तो वो कहती कोई नहीं, सुबह तैयार हो जाना 9 बजे। तो उसके बाद मतलब हम तैयार होके उसके साथ फिरोजपुर चले गए। फिरोजपुर जाने के बाद वहां 6-7 दिन मतलब 6-7 दिन हमें अच्छे से रखा, खाना पीना वगैरह दिया, और भी वहां पे लड़कियां थी, ठीक है, सारा कुछ मतलब क्लियर चल रहा था। मुझे ऐसा लगा ही नहीं कि मतलब ये लड़की मेरे साथ ऐसे कर देगी। फिर 5-6 दिन बीत गए, उसके बाद में उसने मेरे को बोला कि एक मैरिज सीन शूट करना है, तू कर लेगी? तो मैंने कहा हाँ मैं कर लूंगी। तो उसके बाद में वो मतलब मेरे को मतलब ब्राइडल ड्रेस डलवाई, चूड़ा डलवाया, सारा कुछ करके मेरे को लेकर गए मतलब वहां पे फिरोजपुर में दिल्ली गेट था, वहां पे गुरुद्वारा है, कोई गुरुद्वारे का मुझे नाम तो नहीं पता है, वहां लेकर गए। वहां पे 5-6 बंदे पहले से मौजूद थे, ठीक है। तो उसके बाद में उसमें से एक लड़के को बुलाया जिसका नाम प्रिंस था। तो बोला कि इस लड़के के साथ तुम्हारा मैरिज सीन शूट करना है। मैं क्या कोई बात नहीं, कर लूंगी। उसके बाद एक तरफ मुझे बिठाया, एक तरफ लड़के को बिठाया। एक तो मतलब मुझे इतना पता है कि जब रियल शादी करवाते हैं लड़की की तो उसके डॉक्यूमेंट्स मांगते हैं, उसके मम्मी पापा पेरेंट्स से सबसे बात करते हैं। वहां पे ऐसा कुछ भी नहीं था, एक कैमरा लगा हुआ था। मैंने पूछा भी कि कैमरा तो यहाँ पे एक ही है, तो कहते ज्यादा सीन नहीं करना, अभी हमारा काम मतलब ज्यादा नहीं चल रहा है, थोड़ा मतलब ऐसे ही चल रहा है, तो इस करके अभी हम छोटे छोटे सीन ले रहे हैं, जो मूवियों में मैरिज सीन है वो हम करके देते हैं। मैं क्या ठीक है। उसके बाद में अनंत काल में मेरे फेरे वगैरह करवा के सारा कुछ प्रसाद दे के हमें बोला आशीर्वाद लो, जैसे शूट के अकॉर्डिंग हमने सारा कुछ कर लिया। उसके बाद हम गुरुद्वारे के बाहर आए और क्या कहते हैं वहां पे जो मतलब हैप्पी अल्फा जो भी जसवीर कौर थे, उसमें से मतलब जो हैप्पी की मम्मी थी जसवीर कौर, उसने मेरे को बोला कि मैंने उसको बोला कि मेरी पेमेंट दे दो, अब तो शूट कंप्लीट हो गया। तो उसने बोला कि अभी शूट कंप्लीट नहीं हुआ, अभी गृह प्रवेश की रस्म करनी है, इनके साथ जाना पड़ेगा। एक लेडीज थी, उन्होंने जिम्मेवारी ली कि कोई नहीं, आपकी लड़की सेफ है, हम इसको कल छुड़वा देंगे या फिर आप लोग ले जाना। मैं क्या, मेरे को कहते कि तुम चले जाओ इनके साथ। मैं क्या अकेले में कैसे चली जाऊं, इतनी दूर, मैं जानती तो हूं नहीं उनको, आप में से कोई मेरे साथ चल लो। तो उन्होंने कहा कि अभी मतलब और भी लड़कियां हैं, उनका शूट करवाना है ऐसे ऐसे करके, तो अभी हम नहीं जा सकते, अभी हम बिजी हैं, कल हम तुम्हें लेने पक्का आ जाएंगे। जिस लेडीज ने जिम्मेवारी ली थी उसके साथ मैं चली गई, अपना हंसते खेलते गई आराम से। 7 बजे के समथिंग उधर पहुंच गए। वहां पे जाके मतलब हमारा गृह प्रवेश वगैरह करवा दिया। फिर जाके मैं जब खाना खा के सोने लगी 10 बजे के समथिंग, तो लड़का मतलब मेरे पास आके अश्लील सी हरकतें कर रहा था। तो मतलब उसने मेरे को बताया कि मैं तुम्हें 1.5 लाख में खरीद के लेकर आया हूँ, ऐसे ऐसे करके। तो मैंने उसे बोला मेरे से बकवास करने की लोड़ नहीं है, ऐसे ऐसे करके। मैं क्या, मनदीप से मेरी बात करवा, जिस लड़की ने मेरे को भेजा है यहाँ पे। मैंने मनदीप को, मेरा फोन तो उन लोगों ने खो लिया था, मेरे को मार पीट भी रहे थे, तो उसके बाद में उसने अपने ही फोन से फोन लगा के दिया और मतलब मैंने बोला हेलो मनदीप दी, ये मेरे से बदतमीजी कर रहा है ऐसे ऐसे करके। तो उसने मेरे को पहचानने से ही इनकार कर दिया, कहती मैं तुझे जानती नहीं, मेरे को फोन मत करना, नंबर ब्लॉक लिस्ट में डाल के चली गई। तो उसके बाद मतलब मेरे को ऐसे लगा कि अब तो मैं फंस चुकी हूँ, अब तो मैं पता नहीं मेरे साथ क्या करेंगे ये लोग। धमकियां भी दे रहे थे, कहते रात में काट के फेंक देंगे, ऐसे ऐसे करके। पूरी रात मेरे को बंद करके रखा, दरवाजे में पूरी रात बंद कर रखा। फिर उनके यहाँ एक मतलब जो उसके चाचा थे वो पुलिस में थे, तो वो मेरे पास आए, उन्होंने मेरे से सारी मतलब कहानी पूछी, तो मैंने उनको सारा बताया। और जो मेरे पास
जहाँ मैं सीपी मॉल में जॉब करती थी, सारी मेरे पे फोटो थी, वीडियो थी, और जहाँ मैं पहले शूट लाइन में काम कर चुकी थी सब मेरे पास फोटो वीडियो बनी हुई थी, क्योंकि मैं जहाँ भी जाती थी थोड़ी थोड़ी वीडियो बना लेती थी। तो थोड़ा बहुत उनको मेरे पे यकीन आया सारा कुछ देख के, तो उन्होंने मेरे पापा से बात करवाई। फिर मैंने अपने पापा को सारा कुछ बताया, तो उन्होंने मतलब बोला कि आपकी लड़की को हम कुछ नहीं करेंगे, आप एक काम करो, जो 1.5 लाख रुपए हम हैप्पी अल्फा मनदीप जो भी हैं सबको देकर आए हैं, वो पैसे दे दो और अपनी लड़की ले जाओ आके। तो मेरे पापा ने बोला हम गरीब बंदे, हमारे पास इतने पैसे कहाँ से आएंगे। तो कहते हमें नहीं पता भाई, जितने जहां मर्जी से लाओ, लड़की आपकी है, अगर आपको लड़की चाहिए तो आप पैसे दे जाओ, 1.5 लाख रुपए अपनी लड़की ले जाओ। तो उसके बाद पापा ने बोला हमारे पास इतने पैसे नहीं है, हम तो नहीं देते। तो कॉल चलते चलते उस बंदे ने मेरे को थप्पड़ मारा। तो पापा ने मेरे बोला कि मेरी लड़की को कुछ मत करना, हम आपके जितने पैसे हैं हम दे देंगे। तो उन्होंने, पापा ने मेरे 3 दिन का समय मांगा उन लोगों से। उसके बाद में 3 दिन तक हमें वहां पे रखा, जब तक मेरे मतलब इधर मेरी मामी का लड़का रहता है, तो उसको यहाँ से भेज दिया था। तो यहाँ से जब भेज दिया था तो वो 9 बजे के समथिंग उधर पहुंच गया दूसरे दिन। तो जब वो पहुंच गया, हमें तो मना कर दिया कि इधर पुलिस मत लेके आना, हमारे मतलब चाचा की नौकरी खतरे में चली जाएगी, ये हो जाएगा वो हो जाएगा। जब वहां मेरा भाई पहुंचा, आधे घंटे तक सारा कुछ ठीक था। उसके बाद में उन लोगों ने खुद पुलिस बुला ली। पुलिस बुला के हमें थाने ले गए, वहां पे मारपीट करी। जो मेरी मामी का लड़का था, जो और भी 2 लड़के उसके साथ गए थे, उनको भी मारा पीटा, पूरी रात मारते रहे। मेरे को भी 2-3 थप्पड़ मारे, और उसके बाद में पूरी रात बाहर बिठाए रखा हमें। और 3 दिन तक हमें थाने में बिठाए रखा। जब मेरे पापा ने उधर से ऑनलाइन खेत गिरवी रखे, मम्मी की ज्वेलरी गिरवी रख के पैसे डाले 1.5 लाख रुपए, तब उन्होंने मतलब हमें थोड़ा मारना पीटना कम किया। और उसके बाद भी मेरे को भेजने के लिए तैयार नहीं, कहते कि तुम लोग जाओ। जो मतलब मेरी मामी का लड़का गया था और जो और लड़के गए थे, कहते तुम लोग जाओ यहाँ से, लड़की को हम नहीं भेजते। तो मतलब मैंने बोला कि चलो मेरे से गलती हो गई है, मैं आगे से पैसों के लालच में आके मैं शूट लाइन में नहीं आऊंगी, मेरे से गलती हो गई, मेरे को मतलब छोड़ दो। तो उन लोगों ने मतलब मेरे को बोला कि तुम यहीं पे बर्तन धो, यहीं खाना बनाओ, यहीं पे रहोगी मतलब। तो वो लोग मेरे को आने नहीं दे रहे थे। फिर मैंने उनके हाथ पैर जोड़े। फिर आते आते टाइम तक उन बंदों ने मतलब जो मतलब मेरी मामी के लड़के की जेब में पैसे थे सारे निकाल लिए, किराए तक के पैसे नहीं बचे थे, और आते टाइम तक थप्पड़ मारे थे। उसके बाद हम आ गए यहाँ पे। तब मतलब मुझे पता चला कि जो मतलब लड़की मेरे साथ गई थी, वर्षा नाम था, वो भी यहाँ नहीं थी, उसकी मम्मी भी मेरे पास ही बैठी थी। तो जाके रात में इसका फोन आ गया मेरे को, तो इसने मेरे को लोकेशन वगैरह भेज दी और बताया कि क्या कहते हैं, मैं मतलब फंसी हुई हूँ ऐसे ऐसे करके। मतलब रो रो के कह रही, मेरे को रोटी भी नहीं देते हैं खाने को, ऐसे मेरे साथ जबरदस्ती करते वगैरह वगैरह, काफी बातें बताई। तो उसके दूसरे दिन हम 8 फेस थाने में पुलिस में कंप्लेन करने गए। एक दिन तो हमें ऐसे ही बिठाए रखा। जब दूसरे दिन गए तो उसके बाद में मतलब मेरे को SHO वहां बैठा था, सतनाम नाम था उसका, उसको मतलब उसके साथ मैं गई बात करने के लिए, तो वो किसी और के साथ बात कर रहे थे। तो उसके बाद में उन्होंने मतलब बोल दिया, एक लेडी कांस्टेबल थी, उससे मतलब इशारे में उन्होंने कुछ बोला। तो वो मेरे को रूम के अंदर लेकर गई और वहां पे ले जाके मेरे को इतने थप्पड़ मारे उसने, पूरा मतलब मारती रही। मम्मी को पता चला कि वो मेरे को अंदर ले जाके मार रही है। तो उसके बाद में मतलब मेरी मम्मी अंदर गई तो मेरी मम्मी को भी मारा। तो उसके बाद में क्या कहते हैं, जब मेरी मम्मी को भी मारा तो मम्मी तो मेरी बाहर आ गई थी। तो उसके बाद में मेरे को मार के कंप्लेन लिखवा ली। उसके बाद हमें बोला आज के बाद थाने में दिख मत जाना, ऐसे ऐसे करके। तो ਜਿਹੜੇ ਚਲਾਉਂਦੇ ਨੇ ਉਹ ਪੈਨਸ਼ਨਰ ਨੇ ਔਰ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ। ਇਹ ਜਿਹੜਾ ਮੋਰਚਾ ਵਾ, ਇਹ ਤੁਹਾਨੂੰ ਦੱਸ ਦਵਾਂ ਕਿ ਇਹ ਧਿਰਿਆਂ ਦੀ ਧਿਰ ਆ, ਬੇਆਸਰਾ ਦਾ ਆਸਰਾ ਤੇ ਨਿਪੱਤਿਆਂ ਦੀ ਪੱਤ ਆ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜਿਹਨੂੰ ਕੋਈ ਨਹੀਂ ਪੁੱਛਦਾ ਉਹ ਇੱਥੇ ਆਉਂਦਾ। ਇਹ PGI ਹੈ, ਜਿੱਥੇ ਕੋਈ ਇਲਾਜ ਨਹੀਂ ਹੈ ਉਹ ਇੱਥੇ ਇਲਾਜ ਹੁੰਦਾ। ਜਿਹਦੀ ਕੋਈ ਦਰਖਾਸਤ ਪੁਲਿਸ ਵਾਲਾ ਨਹੀਂ ਸੁਣਦਾ ਉਹ ਇੱਥੇ ਸੁਣਾਈ ਹੋ ਜਾਂਦੀ ਹੈ, ਬਗੈਰ ਕਿਸੇ ਪੈਸੇ ਤੋਂ, ਬਗੈਰ ਕਿਸੇ ਲਾਲਚ ਤੋਂ। ਅਸੀਂ ਇਹ ਜਿਹੜੇ 10-12 ਬੰਦੇ ਆ, ਇਹ ਆਪਣੇ ਪੈਨਸ਼ਨ ਦੇ ਵਿੱਚੋਂ ਕੁਝ ਹਿੱਸਾ ਪਾਉਂਦੇ ਨੇ ਤੇ ਇੱਥੇ ਜਿਹੜਾ ਉਹ ਲੰਗਰ ਪਾਣੀ ਚੱਲਦਾ। ਔਰ ਕਿਸੇ ਪੀੜਤ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਬੇਸ਼ੱਕ ਉਹਨਾਂ ਨੂੰ ਤੁਸੀਂ ਸਹੁੰ ਚੁਕਾ ਲਓ, ਕਿਸੇ ਨੂੰ ਪਤਾ ਹੋਵੇਗਾ ਸਾਰੇ ਪੈਸੇ ਲੈਂਦੇ ਹੋਣ,
ਕੋਈ ਪੈਸੇ ਨਹੀਂ ਲੈਂਦੇ, ਆਪਾਂ ਪੈਸੇ ਕੋਲੋਂ ਖਰਚਣੇ ਆ। ਉਹ ਕਿੰਨੇ ਕੁ ਦੀ ਜ਼ਿੰਦਗੀ ਆ, ਜਿੰਨੇ ਚਿਰ ਜ਼ਿੰਦਗੀ ਆ ਆਪਾਂ ਇਸੇ ਲੇਖੇ ਲਾਉਣੀ ਆ। ਇਸ ਕਰਕੇ ਮੈਂ ਪੁਲਿਸ ਵਾਲਿਆਂ ਨੂੰ, ਭਰਾਵਾਂ ਨੂੰ ਕਹਿਣਾ ਕਿ ਮੈਂ ਵੀ ਇੱਕ ਸਰਕਾਰੀ ਮੁਲਾਜ਼ਮ ਰਿਟਾਇਰ ਹੋਇਆ। ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਉਹਨਾਂ ਦੇ 5 ਸਾਲਾਂ ਤੇ ਤੁਰ ਜਾਣਾ, ਆਪਣਾ ਮਤਲਬ ਡੰਕਾ ਵਜਾ ਕੇ ਤੇ ਫੇਰ ਇਹਨਾਂ ਤੇ ਕੇਸ ਹੁੰਦੇ ਨੇ ਤੇ ਫੇਰ ਇਹ ਅੰਦਰ ਹੁੰਦੇ ਆ। ਹੁਣੇ ਨਵਾਂ ਜਿਹਾ ਇੱਕ ਨਵਾਂ ਹੀ ਨਾ ਚੱਲ ਪਈ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਵੇਗਾ, 15,000 ਕਰੋੜ ਰੁਪਈਆ ਸਰਕਾਰ ਕਰਜ਼ਾ ਚੁੱਕ ਰਹੀ ਹੈ ਉਹਦਾ। ਉਹਦੇ ਵਿੱਚੋਂ 191 ਕਰੋੜ ਰੁਪਈਆ ਗੁਜਰਾਤ ਦਾ ਬੰਦਾ ਕਮਿਸ਼ਨ ਲੈ ਜਾਂਦਾ। ਉਹ ਇੱਕ ਸਰਕਾਰੀ ਪੈਸੇ ਜਿਹੜੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਤਾਰਨੇ ਆ, ਸਾਡੇ ਬੱਚਿਆਂ ਨੇ ਤਾਰਨੇ ਆ, ਉਹਦੇ ਵਿੱਚੋਂ ਇੱਕ ਗੁਜਰਾਤੀ 100 ਕਰੋੜ ਰੁਪਈਆ ਕਮਿਸ਼ਨ ਲੈ ਜਾਂਦਾ। ਕਿਆਸੀ ਸਰਕਾਰ ਹੈ ਜਿਹੜੀ, ਇਹ ਐਸੀ ਸਰਕਾਰ ਹੈ ਕਿ ਹਰ ਸੜਕ ਦੇ ਉੱਤੇ ਇਹਨਾਂ ਦਾ ਮੁਰਦਾਬਾਦ ਹੋ ਰਹੀ ਹੈ। ਔਰ ਪੁਲਿਸ ਵਾਲੇ ਜਿਹੜੇ ਨੇ ਇਹ ਕਿਸੇ ਗਰੀਬ ਦੀ ਸੁਣਦੇ ਨਹੀਂ, ਕਿਉਂਕਿ ਹੁਣੇ ਤੁਸੀਂ ਖਬਰ ਸੁਣੀ ਹੋਏਗੀ ਤੇ ਭਗਵੰਤ ਮਾਨ ਦੀ ਜਿਹੜੀ ਘਰ ਵਾਲੀ ਆ ਉਹ 5 ਕਰੋੜ ਰੁਪਈਆ ਮੰਗ ਰਹੀ ਆ ਇੱਕ ਨੂੰ ਪਰਚੇ ਤੋਂ ਕਢਾਉਣ ਵਾਸਤੇ। ਇਹ ਮੈਂ ਨਹੀਂ ਕਹਿੰਦਾ ਅਖਬਾਰਾਂ 'ਚ ਨੇ, ਸੋਸ਼ਲ ਮੀਡੀਆ ਤੇ ਆ। ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਦੱਸੋ। ਔਰ ਇਹ ਜਿਹੜੀ ਸਰਕਾਰ ਆ, ਇਸ 5 ਸਾਲਾਂ ਵਿੱਚ ਇਹਨਾਂ ਨੇ, ਸਰਕਾਰ ਨੇ ਐਸਾ ਲੋਕਾਂ ਦਾ ਪੀਣ ਕੀਤਾ ਕਿ ਪਿਸ ਗਏ ਨੇ। ਤੇ ਮੈਂ ਤਾਂ ਸੋਸ਼ਲ ਮੀਡੀਆ ਤੇ ਕਹਿੰਦਾ ਇਹ ਕੋਈ ਸਰਕਾਰ ਨਹੀਂ, ਇਹ ਲੁਟੇਰਾ ਗਰੋਹ ਆ ਜਿਹੜਾ ਲਾਲਚ ਦੇ ਕੇ ਲੋਕਾਂ ਨੂੰ ਲੁੱਟਦਾ ਹੈ। ਸੱਜਣੋ ਇਕੱਠੇ ਹੋ ਜਾਓ। ਮੋਦੀ ਕਹਿੰਦਾ ਹੁੰਦਾ ਸੀ ਕੱਟੋਗੇ ਤੇ ਮਰੋਗੇ, ਮਤਲਬ ਜੇ ਤੁਸੀਂ ਇਕੱਠੇ ਨਹੀਂ ਹੁੰਦੇ ਤਾਂ ਫਿਰ ਤੁਹਾਨੂੰ ਛਿੱਤਰ ਪੈਣਾ ਹੀ ਪੈਣੇ ਆ। ਜਿਹੜੀ ਕੌਮ ਇਕੱਠੀ ਨਹੀਂ ਹੁੰਦੀ ਉਹਨਾਂ ਦਾ ਕਦੀ ਕੋਈ ਨਹੀਂ ਬਣਦਾ। ਇਸ ਕਰਕੇ ਇਕੱਠੇ ਹੋ, ਇੱਕ ਝੰਡੇ ਥੱਲੇ ਆ ਜਾਓ। ਔਰ ਮੈਂ ਇਹ ਸਾਰਿਆਂ ਲੋਕਾਂ ਨੂੰ ਦਵਾਈ ਦਿੰਦਾ ਕਿ ਜੇ ਵੀ ਕਿਸੇ ਕਿਸਮ ਦਾ ਕਿਸੇ ਦੀ ਕੋਈ ਸੁਣਾਈ ਨਹੀਂ ਹੁੰਦੀ ਤੇ ਅਸੀਂ ਇੱਥੇ ਆਓ, ਸਾਨੂੰ ਆਪਣਾ ਦੁੱਖ ਦੱਸੋ। ਜੇ ਤੁਸੀਂ ਸੱਚੇ ਹੋਵੋਗੇ ਤੇ ਅਸੀਂ ਤੁਹਾਡੀ ਪਿੱਠ ਤੇ ਖੜੇ ਹੋਵਾਂਗੇ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਪੀੜਤ ਸਾਥੀਓ, ਭਰਾਵੋ, ਭੈਣੋ, ਵੀਰੋ, ਤੁਸੀਂ ਆਪੋ ਆਪਣੇ ਦੁੱਖ ਲੈ ਕੇ ਆਏ ਹੋ। ਇੱਥੇ ਕੋਈ ਨਵਾਂ ਕੰਮ ਨਹੀਂ, ਪਿਛਲੇ 2-2.5 ਸਾਲ ਤੋਂ ਇਸ ਤਰ੍ਹਾਂ ਹੀ ਮਰੀਜ਼ ਆਉਂਦੇ ਆ, ਠੀਕ ਠਾਕ ਹੋ ਕੇ ਚਲੇ ਜਾਂਦੇ ਆ। ਦੂਜੀ ਗੱਲ ਇਹ ਹੈ ਬਈ ਇਹ ਜਿਹੜੀ ਸਰਕਾਰ, ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਬਨਵਾਰੀ ਲਾਲ ਜੀ ਨੇ ਦੱਸਿਆ, ਸਰਕਾਰਾਂ ਖੈਰ ਜੁਰਮ ਕਰਦੀਆਂ, ਪਰ ਇੱਥੇ ਦੇ ਜੁਰਮ ਦੀ ਹੱਦ ਹੋ ਗਈ ਹੈ, ਅੱਤ ਹੋ ਜਾਂਦੀ ਆ। ਉਹ ਇੱਕ ਟਾਈਮ ਦਾ ਸੀਨ, ਉਹ ਬਿੰਤੇ ਬੁੱਟੜਾ ਤੇ KPS ਜਲਦਾ ਕੀਤੇ ਹੁੰਦਾ, ਉਦੋਂ ਵੀ ਇਸੇ ਤਰ੍ਹਾਂ ਹੁੰਦਾ ਸੀ। ਇਸ ਤਰ੍ਹਾਂ ਬੰਦੇ ਚੁੱਕ ਕੇ ਥਾਣੇ ਲੈ ਜਾਂਦੇ ਹੁੰਦੇ ਸੀ, ਬਾਅਦ ਉਹ ਪੈਸੇ ਭੱਜ ਜਾਂਦੇ ਸੀ, ਰੇਟ ਤੇ ਠੀਕ ਆ, ਨਹੀਂ ਤੇ ਫਿਰ ਕੋਈ ਠਾਕੁਰ ਮੁਕਾਬਲਾ ਬਣਾਤਾ ਹੈ, ਕੋਈ ਨਹੀਂ ਸੀ ਹੋਏ। ਇਹ 35-36 ਸਾਲ ਦੇ ਬਾਅਦ ਫਿਰ ਉਹੋ ਜਿਹਾ ਮਾਹੌਲ ਬਣ ਗਿਆ, ਰੋਟੀਆਂ ਲਈਆਂ ਜਾ ਰਹੀਆਂ ਨੇ। ਹੁਣ ਕੀ ਗੱਲਾਂ ਬਹੁਤ ਲੰਮੀਆਂ ਚੌੜੀਆਂ ਨੇ। ਉਹ ਜਿਹੜਾ ਲੁਟੇਰਾ ਕੇਜਰੀਵਾਲ ਬੈਠਾ, ਭਗਵੰਤ ਮਾਨ ਉਹਨੇ ਝੂਟਾ ਬਣਾਇਆ, ਜੋ ਤੂੰ ਹੁਕਮ ਕਰਦਾ ਉਹੋ ਹੀ ਹੁੰਦਾ। ਇੱਥੇ ਜੇ ਉਹ ਗੱਲ ਚੀਫ ਸੈਕਟਰੀ ਦੀ ਨਹੀਂ ਕੋਈ ਸੁਣੀ ਜਾਂਦੀ, ਉਹਦੇ ਉੱਤੇ ਇੱਕ ਬੰਦਾ ਬਣਾਇਆ ਕੇਜਰੀਵਾਲ ਨੇ, ਜੋ ਕਹਿੰਦਾ ਉਹ ਥੱਲੇ ਹੁੰਦਾ। ਸਾਰਾ ਪਿਆਰ ਲੁੱਟ ਕਰਕੇ ਉਹ ਕੇਜਰੀਵਾਲ ਜਿਹੜਾ ਲੁੱਟੀ ਜਾ ਰਿਹਾ, ਬੜੀ ਤੇਜ਼ੀ ਨਾਲ ਲੁੱਟੀ ਜਾ ਰਿਹਾ ਪੰਜਾਬ ਨੂੰ ਤੇ ਕਲੋਨੀ ਬਣਾਇਆ। ਇੱਥੇ ਲੋਕ ਬੇਰੁਜ਼ਗਾਰੀ ਦਾ ਭੁੱਖੇ ਮਰ ਰਹੇ ਨੇ, ਨੌਕਰੀਆਂ ਲੱਭ ਹੀ ਰਹੀਆਂ। ਮੈਂ ਦਾਅਵੇ ਨਾਲ ਵੇਖ ਰਿਹਾ, ਤੁਸੀਂ ਕਹਿੰਦਾ ਕਿ 80% ਨੌਕਰੀਆਂ ਜਿਹੜੀਆਂ ਨੇ ਉਹ ਹਰਿਆਣੇ ਚ, ਜਿਹਦੇ ਕੋਲ ਪੈਸੇ ਰਹੇ ਹੁੰਦੇ ਆ, ਕੇਜਰੀਵਾਲ ਕੋਲ ਲਿਸਟ ਆਈ ਜਾਓ, ਬੰਦੇ ਸਿਲੈਕਟ ਹੋ ਜਾਂਦੇ ਆ, ਤੁਹਾਡੇ ਮੁੰਡੇ ਰਹਿ ਜਾਂਦੇ। ਇਸੇ ਤਰ੍ਹਾਂ ਹੀ ਪੁਲਿਸ ਵਿੱਚ ਭਰਤੀ ਵੀ ਆ। ਮੇਰੇ ਕਹਿਣ ਦਾ ਮਤਲਬ ਆ ਕਿ ਜਿਹੜਾ ਲੋਕਾਂ ਦਾ ਇਕੱਠ ਉਹ ਤੋਪਾਂ ਦੇ ਮੂੰਹ ਮੋੜ ਦਿੰਦਾ। ਜੇ ਆਪਾਂ ਇਕੱਠੇ ਹੋਈਏ, ਸਭ ਕੁਝ ਮੋਢਾ ਤੇ ਜਾਣਗੇ। ਥੋੜਾ ਜਿਹਾ ਸਮਾਂ ਰਹਿ ਗਿਆ, 3-4 ਮਹੀਨੇ ਦੀ ਕਹਾਣੀ ਹੈ ਸਾਰੀ। ਫਿਰ ਅਫਸਰਾਂ ਦਾ ਗਰੁੱਪ ਹੀ ਬਦਲ ਜਾਣਾ। ਇਸ ਦੇ ਤਕੜੇ ਹੋ ਜਾਓ, ਗੱਲਾਂ ਛੱਡੋ, ਇੱਥੇ ਆਉਂਦੇ ਜਾਂਦੇ ਰਹੋ। ਇਹ ਨਹੀਂ ਕਿ ਪਹਾੜੀ ਵਿੱਚ ਕਿਸਕੇ ਭੱਟ ਖਾਇਆ ਤਾਂ ਕਿਸਕੇ ਕੰਮ ਹੋ ਮੁੜ ਕੇ ਮੋਰਚੇ 'ਚ ਆਉਣਾ ਹੀ ਨਹੀਂ। ਇਸ ਤਰ੍ਹਾਂ ਹੀ ਤੁਹਾਡੇ ਵਰਗੇ ਹੋਰ ਵੀ ਪੀੜਤ ਆਉਂਦੇ ਆ। ਮੈਂ ਫਿਰ ਬੇਨਤੀ ਕਰਦਾ ਵੀ ਚਲੋ ਕੰਮ ਤੇ ਹੋਣਗੇ, ਪਰ ਫਿਰ ਇਸ ਤਰ੍ਹਾਂ ਦੁੱਖ ਸੁੱਖ ਦੀ ਘੜੀ ਵਿੱਚ ਇੱਥੇ ਆਉਂਦੇ ਰਹਿਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।